ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲਟਨ। ਸੈਂਟਰ ਗਵਰਨਮੈਂਟ ਦੇ ਖਿਲਾਫ ਕਿਸਾਨ ਜਥੇਬੰਦੀਆਂ ਹੀ ਨਹੀਂ, ਆਮ ਆਦਮੀ ਵੀ ਉਹਨਾਂ ਦੇ ਨਾਲ ਹੈ। ਚਾਹੇ ਅਸੀਂ ਗੱਲ ਕਰੀਏ ਔਰਤਾਂ ਦੀ, ਬਜ਼ੁਰਗ ਔਰਤਾਂ ਦੀ, ਬੱਚਿਆਂ ਦੀ, ਚਾਹੇ ਕਰੀਏ ਗੱਲ ਆਮ ਆਦਮੀ ਦੀ, ਉਹ ਵੀ ਉਹਨਾਂ ਦੇ ਨਾਲ ਹੈ। ਆਓ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਕੀ ਨਾਮ ਹੈ ਭਾਜੀ? ਮੇਰਾ ਨਾਮ ਮਨਦੀਪ ਜਮਸ਼ੇਰ ਹੈ ਜੀ। ਸੈਂਟਰ ਗਵਰਨਮੈਂਟ ਜਿਹੜੀ ਹੈ ਬਿੱਲ ਵਾਪਸ ਨਹੀਂ ਲੈ ਰਹੀ, ਇਸ ਬਾਰੇ ਕੀ ਕਹਿਣਾ ਚਾਹੋਗੇ? देखो सेंटर गवर्नमेंट ने ਜਿਹੜਾ ਬਿੱਲ ਹੈ ਉਹ ਬਿਲਕੁਲ ਵਾਪਸ ਲੈਣਾ ਹੀ ਨਹੀਂ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ, ਦੇਖੋ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਕਾਰਪੋਰੇਸ਼ਨ ਜਿਹੜੇ ਕਾਰਪੋਰੇਟ ਘਰਾਣੇ ਆ ਵੱਡੇ ਅਡਾਨੀ ਅੰਬਾਨੀ, ਉਹ ਦੇਣੀ ਇਹਨਾਂ ਦੀ ਆ। ਨੈਚੁਰਲੀ ਹੁਣ ਇੱਕ ਮਾਂ ਜਦੋਂ ਬੱਚੇ ਨੂੰ ਪੈਦਾ ਕਰਦੀ ਆ ਤਾਂ ਉਹ ਧੁਆਸਾਂ ਵੀ ਰੱਖਦੀ ਆ। ਜੇ ਅਡਾਨੀ ਅੰਬਾਨੀ ਨੇ ਪੈਦਾ ਕੀਤਾ ਆ ਆਰਐਸਐਸ ਬੀਜੇਪੀ ਨੂੰ, ਤਾਂ ਨੈਚੁਰਲੀ ਉਹਨਾਂ ਦੇ ਜਿਹੜੇ ਮੰਗਾਂ ਸੀਗੀਆਂ, ਜਿਹੜੇ ਉਹਨਾਂ ਦੇ ਕਾਨੂੰਨ ਸੀ, ਦੇਖੋ 1000 ਕਰੋੜ ਦਾ ਪਹਿਲਾਂ ਲੋਨ ਲੈਂਦੇ ਆ ਅਡਾਨੀ ਅੰਬਾਨੀ ਬੈਂਕਾਂ ਤੋਂ, ਫਿਰ 66,000 ਵਿੱਚੋਂ ਫੰਡ ਦਿੰਦੇ ਆ। ਉਦੋਂ ਬਾਅਦ ਜੋ ਸੱਤਾ ਦੇ ਵਿੱਚ ਸਰਕਾਰ ਆਉਂਦੀ ਆ ਉਹ ਬੈਂਕ ਦਾ ਲੋਨ ਮਾਫ ਕਰਦੀ ਆ। ਇਨਡਾਇਰੈਕਟ ਤਰੀਕੇ ਜੇ ਦੇਖਿਆ ਜਾਵੇ ਤਾਂ ਕਾਰਪੋਰੇਟ ਘਰਾਣੇ ਫ੍ਰੀ ਦੇ ਵਿੱਚ ਟੁੱਕੜ ਸੱਟ ਕੇ ਸਰਕਾਰਾਂ ਬਣਾਉਂਦੇ ਨੇ। ਉਹ ਨਾਟ ਈਵਨ ਇਕੱਲੇ ਉਹ ਬੀਜੇਪੀ ਨੂੰ ਦਿੰਦੇ ਨੇ, ਉਹ ਕਾਂਗਰਸ ਨੂੰ ਵੀ ਦਿੰਦੇ ਨੇ। ਜਿਹੜੀਆਂ ਸੈਂਟਰ ਦੇ ਵਿੱਚ ਸਰਕਾਰ ਕੋਈ ਵੀ ਹੋਣੀ ਉਹਨੂੰ ਦਿੰਦੇ ਨੇ। ਔਰ ਉਦੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੁੰਦੀਆਂ ਹਮੇਸ਼ਾ, ਦੇਖੋ ਜਿਹੜਾ ਇੱਕ ਮੈਂ ਇੱਥੇ ਸਲੋਗਨ ਪੜ੍ਹ ਰਿਹਾ ਸੀਗਾ, ਨੋ ਫਾਰਮਰ ਨੋ ਫੂਡ, ਇਹ ਸਿਰਫ ਆਪਣੇ ਲਈ ਆ। ਆਪਾਂ ਲੋਕਾਂ ਨੂੰ ਜਗਾ ਰਹੇ ਆ ਵੀ ਅਗਰ ਕਿਸਾਨ ਨਹੀਂ ਹੈਗੇ ਤਾਂ ਫੂਡ ਨਹੀਂ। ਪਰ ਇਦੋਂ ਅਗਲੀ ਗੱਲ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਪਤਾ ਆ। ਉਹ ਕਹਿੰਦੇ ਨੋ ਫੂਡ ਨੋ ਲਾਈਫ। ਇਹਦਾ ਮਤਲਬ ਅਗਰ ਖਾਣਾ ਹੈ ਹੀ ਨਹੀਂ ਤਾਂ ਲੋਕਾਂ ਨੇ ਬਚਣਾ ਹੀ ਨਹੀਂ। ਇਸ ਲਈ ਉਹ ਕਾਬਜ਼ ਕਿਹਦੇ ਤੇ ਹੋਣਾ ਚਾਹੁੰਦੇ ਆ? ਉਹ ਕਾਬਜ਼ ਹੋਣਾ ਚਾਹੁੰਦੇ ਤੁਹਾਡੇ ਫੂਡ ਦੇ ਉੱਤੇ, ਕਿਉਂਕਿ ਜਿਹੜਾ ਵਿਸ਼ਵ ਆ ਉਹਦੀ ਜਿਹੜੀ ਆਰਥਿਕ ਆ ਜਿਹੜਾ ਇਸ ਟਾਈਮ ਵਿਸ਼ਵ ਦੇ ਵਿੱਚ ਫੂਡ ਜਿਹੜਾ ਸਭ ਤੋਂ ਵੱਡਾ ਪ੍ਰੋਡਕਟ ਹੈ ਜਿਹਦੇ ਨਾਲ ਤੁਸੀਂ ਕਮਾਈ ਕਰ ਸਕਦੇ ਆ। ਇਸ ਟਾਈਮ ਜੇ ਅਡਾਨੀ ਅੰਬਾਨੀ ਕਿਤੇ ਜਿਹੜੇ ਵਰਲਡ ਦੇ ਜਿਹੜੇ ਅਮੀਰ ਲੋਕ ਆ ਉਹਨਾਂ ਦੇ ਵਿੱਚ ਜੇ ਉਹ ਆਉਂਦੇ ਵੀ ਆ ਕਿਤੇ ਨਾ ਕਿਤੇ 11ਵੇਂ 12ਵੇਂ 15ਵੇਂ ਨੰਬਰ ਤੇ, ਪਹਿਲੇ ਨੰਬਰ ਤੇ ਆਉਣ ਦਾ ਇੱਕੋ ਇੱਕ ਰੀਜ਼ਨ ਆ ਕਿ ਅਗਰ ਤੁਸੀਂ ਫੂਡ ਸਪਲੀਮੈਂਟਸ ਦੇ ਉੱਤੇ ਜਦੋਂ ਤੁਸੀਂ ਕਬਜ਼ਾ ਕਰ ਲਿਆ, ਕਾਬਜ਼ ਹੋ ਗਏ, ਉਸ ਤੋਂ ਬਾਅਦ ਇਹ 110% ਅਗਰ ਤੁਸੀਂ ਵਿਸ਼ਵ ਦੇ ਅਮੀਰਾਂ ਦੇ ਵਿੱਚ ਆ ਜਾਓਗੇ। ਉਹ ਆਪਣੀ ਅਮੀਰਤ ਦਿਖਾਉਣ ਦੇ ਲਈ ਇੱਥੋਂ ਦੇਖੋ ਅਸੀਂ ਜਿਹੜਾ ਮੀਡੀਆ ਆ ਅੱਜ, ਸੋਸ਼ਲ ਮੀਡੀਆ ਪਲੱਸ ਜਿੰਨੇ ਵੀ ਨਵੇਂ ਜਿਹੜੇ ਮੀਡੀਆ ਦੇ ਸਤੰਭ ਉੱਠੇ ਆ, ਕਿਉਂਕਿ ਮੀਡੀਆ ਨੂੰ ਇੱਕ ਚੌਥਾ ਸਤੰਭ ਦੇ ਕਿਹਾ ਜਾਂਦਾ ਭਾਰਤ ਦਾ, ਪਰ ਜਦ ਕਿ ਦੇਖਿਆ ਜਾਵੇ ਕਿ ਗੋਦੀ ਮੀਡੀਆ ਇੱਕ ਛਾਪ ਬਣ ਚੁੱਕੀ ਆ। ਜਿਹੜੇ ਕੁਝ ਨੈਸ਼ਨਲ ਚੈਨਲ ਆ ਉਹਨਾਂ ਦੀ ਗੋਦੀ ਮੀਡੀਆ ਉਹ ਕਿਉਂ ਬਣੀ ਆ? ਕਿਉਂਕਿ ਲੋਕ ਮੂਰਖ ਨਹੀਂ ਹੈਗੇ। ਜਿਨ੍ਹਾਂ ਲੋਕਾਂ ਨੂੰ ਇਹ ਮੂਰਖ ਬਣਾਉਣਾ ਚਾਹੁੰਦੇ, ਲੋਕ ਮੂਰਖ ਨਹੀਂ ਹੈਗੇ। ਲੋਕਾਂ ਨੂੰ ਪਤਾ ਆ, ਔਰ ਮੀਡੀਆ ਦੀ ਹੀ ਦੇਣ ਆ ਕਿ ਜਦੋਂ ਕਿਤੇ ਸਰਕਾਰ ਬਣਦੀ ਆ ਉੱਥੇ ਇਹ ਬੀਜੇਪੀ ਦੇ ਲੋਕਾਂ ਦੇ ਥਰੂ ਜਿਹੜੀਆਂ ਹੁਣ ਕਈ ਸਟੇਟਾਂ 'ਚ ਅਸੀਂ ਲਾ ਲੈਨੇ ਜੀ ਬੀਜੇਪੀ ਦੀ ਸਰਕਾਰ ਆ ਗਈ, ਪਰ ਜਿਹੜੇ ਲੋਕ ਰਾਜਨੀਤਿਕ ਪੜ੍ਹਾਈ ਜਾਣਦੇ ਨੇ, ਐਮਪੀ ਐਮਐਲਏ ਔਰ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਜਾਣਦੇ ਨੇ, ਜਾਂ ਜਿਹੜੇ ਰਾਜਨੀਤੀ 'ਚ ਜਿਹੜੇ ਇੰਟਰਸਟ ਰੱਖਦੇ ਨੇ, ਨੋਟ ਈਵਨ ਲੜਨ, ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਰਾਜਨੀਤੀ 'ਚ ਆਉਣੇ ਤਾਂ ਹੀ ਤੁਸੀਂ ਇੰਟਰਸਟਡ ਆ। ਅਗਰ ਤੁਸੀਂ ਉਹਦੇ ਬਾਰੇ ਇਹ ਵੀ ਰੱਖਦੇ ਕਿ ਕਿੱਥੇ ਕਿਹਦੀ ਸਰਕਾਰ ਬਣੀ, ਕਦੋਂ ਬਣੀ, ਕਿੱਦਾਂ ਬਣੀ, ਤੁਹਾਨੂੰ ਉਹਦੇ ਤੋਂ ਬੜੀਆਂ ਚੀਜ਼ਾਂ ਕਲੀਅਰ ਹੁੰਦੀਆਂ। ਜਿੰਨੀਆਂ ਵੀ ਸਟੇਟਾਂ ਲਗਭਗ ਇੱਕਾ ਦੁੱਕਾ ਸਟੇਟਾਂ ਨੂੰ ਛੱਡ ਕੇ ਬਾਕੀ ਸਾਰਿਆਂ 'ਚ ਬੀਜੇਪੀ ਦੀ ਬਹੁਮਤ ਦੇ ਨਾਲ ਸਰਕਾਰ ਆ। ਔਰ ਸਭ ਤੋਂ ਵੱਡੀ ਉਦਾਹਰਨ ਅਸੀਂ ਬਿਹਾਰ ਦੇ ਵਿੱਚ ਦੇਖੀ, ਭਾਵੇਂ 500 ਕਰੋੜ ਅੰਬਾਨੀ ਦਾ ਮੁੰਡਾ ਲੈ ਕੇ ਬੈਠਾ ਸੀ ਬੀਜੇਪੀ ਸਰਕਾਰ ਬਣਾਉਣ ਨੂੰ, ਔਰ ਸਰਕਾਰ ਬਣਾ ਵੀ ਲਈ। ਉਹ ਸਰਕਾਰ ਕਿੰਨੇ ਦਿਨ ਚੱਲੀ? 15 ਦਿਨ ਜਾਂ 20 ਦਿਨ। ਸੋ ਇਹੀ ਦੇਣਾ, ਕਿਉਂਕਿ ਉਹ ਸਰਕਾਰਾਂ ਕਿਤੇ ਵੀ ਬਣਾਉਂਦੇ ਆ ਜੇ ਉਹ 500 ਕਰੋੜ 1000 ਕਰੋੜ 2000 ਕਰੋੜ ਲਾ ਰਹੇ ਆ, ਕਾਹਦੇ ਲਈ ਲਾ ਰਹੇ ਆ? ਕਿਉਂਕਿ ਅਸੀਂ ਇਸ ਦੇਸ਼ ਦੇ ਉੱਤੇ ਉਹਨਾਂ ਨੇ ਕਾਬਜ਼ ਹੋਣਾ ਆ, ਇਸ ਦੇਸ਼ ਦੇ ਫੂਡ ਸਪਲੀਮੈਂਟ ਤੇ ਕਾਬਜ਼ ਹੋਣਾ। ਕਿਉਂਕਿ ਵਿਸ਼ਵ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆ ਰਹੀ ਸੀ ਉਹਦੇ ਵਿੱਚ ਜਿਹੜੀਆਂ ਸਟੇਟਾਂ ਪੰਜਾਬ, ਭਾਰਤ, ਯੂਪੀ, ਬਹੁਤ ਸਾਰੇ ਇੱਦਾਂ ਦੀਆਂ ਸਟੇਟਾਂ ਸੀ ਜਿਨ੍ਹਾਂ ਨੇ ਪ੍ਰੋਡਕਸ਼ਨ ਐਡੇ ਕੁ ਹਾਈ ਲੈਵਲ ਤੇ ਕੀਤੀ ਕਿ ਜਿੱਥੋਂ ਸਾਨੂੰ ਅਮਰੀਕਾ ਤੋਂ ਜਾਂ ਹੋਰ ਕੰਟਰੀਆਂ ਤੋਂ ਜਦੋਂ ਅਸੀਂ ਆਯਾਤ ਕਰਦੇ ਸੀਗੇ, ਸਾਡੀ ਕੰਟਰੀ ਦੇ ਵਿੱਚ ਫੂਡ ਆਉਂਦਾ ਸੀਗਾ ਕਣਕ ਦੇ ਰੂਪ ਦੇ ਵਿੱਚ ਜਾਂ ਬਾਸਮਤੀ ਦੇ ਰੂਪ ਦੇ ਵਿੱਚ, ਤੇ ਅੱਜ ਉਹ ਇੱਕ ਟਾਈਮ ਇੱਦਾਂ ਦਾ ਆਇਆ ਕਿ ਅਸੀਂ ਉਹ ਫੂਡ ਉਹਨਾਂ ਨੂੰ ਜਿਹਨ ਸੇਲ ਕਰਨਾ ਸ਼ੁਰੂ ਕਰ ਨਿਰਯਾਤ ਸ਼ੁਰੂ ਹੋ ਗਿਆ ਭਾਰਤ ਤੋਂ। ਔਰ ਉਹਦੇ ਬਦਲੇ ਇੱਕ ਟਾਈਮ ਤਾਂ ਇੱਦਾਂ ਦਾ ਸੀ ਕਿ ਅਸੀਂ ਇਰਾਨ ਦੇ ਕੋਲੋਂ ਅਸੀਂ ਫੂਡ ਦੇ ਸਾਡੇ ਇੱਦਾਂ ਦੀਆਂ ਸੰਧੀਆਂ ਵੀ ਹੋ ਚੁੱਕੀਆਂ ਦੇਸ਼ ਦੇ ਵਿੱਚ, ਸ਼ਾਇਦ ਲੋਕਾਂ ਨੂੰ ਨਹੀਂ ਪਤਾ ਕਿ ਅਸੀਂ ਡੀਜ਼ਲ ਪੈਟਰੋਲ ਜਿਹੜਾ ਆ ਉਹ ਸਾਨੂੰ ਜਿਹੜਾ ਆ ਵਸਤੂ ਵਟਾਂਦਰਾ ਪ੍ਰਣਾਲੀ ਜੋ ਹੁੰਦੀ ਹੈ ਕਿ ਅਸੀਂ ਆਪਣਾ ਫੂਡ ਦੇ ਰਹੇ ਹਾਂ, ਤਾਂ ਉਹ ਉਹਨਾਂ ਦੇ ਕੋਲ, ਸਾਡੇ ਕੋਲ ਫਸਲਾਂ ਬਹੁਤ ਨੇ ਤੇ ਉਹਨਾਂ ਦੇ ਕੋਲ ਡੀਜ਼ਲ ਪੈਟਰੋਲ ਬਹੁਤ ਆ। ਔਰ ਦੇਸ਼ ਦੀ ਜਿਹੜੀ ਆ ਉਹ ਇਕਨੋਮੀ ਜਿਹੜੀ ਆ ਉਹ ਡੀਜ਼ਲ ਪੈਟਰੋਲ ਦੇ ਉੱਤੇ ਟਿਕੀ ਹੋਈ ਆ। ਔਰ ਉਹਦੇ ਆਦਾਨ ਪ੍ਰਦਾਨ ਦੇ ਦੌਰਾਨ ਹੀ ਅਸੀਂ ਆਪਣੇ ਜਿਹੜਾ ਦੇਸ਼ ਨੂੰ ਉਹ ਅਸੀਂ ਪਹਿਲੇ ਨੰਬਰ ਤੇ ਲੈ ਕੇ ਗਏ ਆ। ਔਰ ਇਹਦੀ ਦੇਣ ਜਿਹੜੀ ਆ ਉਹ ਫਾਰਮਰ ਆ, ਉਹ ਕਿਸਾਨ ਆ। ਸੋ ਅੱਜ ਭਾਵੇਂ ਮੇਰੇ ਕੋਲ ਇੱਕ ਵੀ ਮਰਲਾ ਸ਼ਾਇਦ ਮੇਰੇ ਨਾਂ ਤੇ ਜ਼ਮੀਨ ਨਹੀਂ ਹੈਗੀ, ਪਰ ਜੇ ਮੈਂ ਇੱਥੇ ਖੜਾ ਆ ਉਹਦੀ ਸਭ ਤੋਂ ਵੱਡੀ ਜਿਹੜਾ ਉਹਦੇ ਪਿੱਛੇ ਰੀਜ਼ਨ ਉਹ ਇਹ ਆ ਕਿ ਯਾਰ ਜੇ ਅਗਰ ਸਾਡੇ ਦੇਸ਼ ਨੇ, ਜੇ ਸਾਡੇ ਕਿਸਾਨਾਂ ਨੇ, ਜਾਂ ਭਾਵੇਂ ਉਹ ਪੰਜਾਬ ਦਾ ਚਾਹੇ ਯੂਪੀ ਦਾ ਚਾਹੇ ਬਿਹਾਰ ਦਾ, ਜੇ ਸਾਨੂੰ ਵਿਸ਼ਵ ਦੇ ਵਿੱਚ ਏਡੀ ਉੱਚੇ ਬੁਲੰਦੀਆਂ ਤੇ ਪਹੁੰਚਾਇਆ ਕਿ ਭਾਰਤ ਦਾ ਨਾਂ ਬਣਾਇਆ, ਤੇ ਯਾਰ ਉਸ ਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ।
ਨੈਚੁਰਲੀ ਸਾਡੇ ਪਿੰਡ ਦੇ ਬੰਦੇ ਨੂੰ ਅਗਰ ਕੋਈ ਗਲਤ ਕਹੂਗਾ, ਉਹਨੇ ਮਿਹਨਤ ਕੀਤੀ ਹੋਊਗੀ, ਤਾਂ ਨੈਚੁਰਲੀ ਅਸੀਂ ਉਹਦੀ ਛਾਪ ਅਸੀਂ ਬਚਾਵਾਂਗੇ। ਇਸੇ ਲਈ ਅਸੀਂ ਇਸ ਦੇ ਵਸਿੰਦੇ ਹਾਂ, ਅਸੀਂ ਇੱਥੇ ਜਨਮ ਭੂਮੀ ਆ ਸਾਡੀ, ਅਸੀਂ ਇੱਥੇ ਜੰਮੇ ਪਲੇ ਆ। ਸੋ ਅਸੀਂ ਇਹਦੀ ਛਾਪ ਨੂੰ ਬਚਾਉਣ ਲਈ, ਔਰ ਸਭ ਤੋਂ ਵੱਡੀ ਗੱਲ ਦੇਖੋ ਜਿਹੜਾ ਕਨਸਟੀਟਿਊਸ਼ਨ ਆ, ਦੇਖੋ ਜਿਹੜਾ ਆ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਇੱਕ ਜਿਹੜੀ ਸਾਡੀ ਜਿਹਦੇ ਤੇ ਦੇਸ਼ ਚੱਲਦਾ, ਦੇਖੋ ਧਾਰਮਿਕ ਸਾਡੇ ਕੋਲ ਕਿਤਾਬਾਂ ਆ ਜਾਂ ਧਾਰਮਿਕ ਗ੍ਰੰਥ ਨੇ ਜਾਂ ਕੁਰਾਨ ਨੇ ਜਾਂ ਗੀਤਾ ਨੇ, ਅਸੀਂ ਜਿੰਨੇ ਵੀ ਲੋਕ ਧਾਰਮਿਕ ਆ, ਅਸੀਂ ਧਰਮ ਨੂੰ ਮੰਨਦੇ ਹਾਂ, ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਜੀਨੇ ਆ। ਕੋਈ ਹਿੰਦੂਇਜ਼ਮ ਦੇ ਵਿੱਚ, ਸਿੱਖੀਜ਼ਮ ਦੇ ਵਿੱਚ, ਇਸਲਾਮ ਦੇ ਵਿੱਚ, ਕ੍ਰਿਸਚੈਨਿਟੀ ਦੇ ਵਿੱਚ ਆਪਣਾ ਜੀਵਨ ਜੀ ਰਿਹਾ, ਪਰ ਦੇਸ਼ ਉਹਨਾਂ ਨੂੰ ਇਹ ਜੀਵਨ ਜੀਣ ਦੀ ਜਿਹੜੀ ਆ ਉਹ ਸੁਤੰਤਰਤਾ ਉਹ ਭਾਰਤੀ ਸੰਵਿਧਾਨ ਦਿੰਦਾ, ਔਰ ਭਾਰਤੀ ਸੰਵਿਧਾਨ ਜਿਹੜਾ ਸਰਵਉੱਚ ਆ, ਔਰ ਭਾਰਤੀ ਸੰਵਿਧਾਨ ਹੀ ਰਾਈਟ ਟੂ ਸਪੀਚ ਐਂਡ ਰਾਈਟ ਟੂ ਪੀਸਫੁਲੀ ਪ੍ਰੋਟੈਸਟ ਜੀ ਜਿਹੜੀ ਆ ਉਹ ਸਾਨੂੰ ਜਿਹੜੀ ਆ ਉਹ ਦਿੰਦਾ ਆ ਕਿ ਅਸੀਂ ਜਿਹੜਾ ਆਪਣਾ ਕੋਈ ਵੀ ਅਧਿਕਾਰ ਜਿਹੜਾ ਆ ਸਾਨੂੰ ਅਸੀਂ ਉਹਨੂੰ ਵਰਤ ਸਕਦੇ ਹਾਂ, ਔਰ ਕਿਸੇ ਵੀ ਕਾਲੇ ਕਾਨੂੰਨ ਦੇ ਜਿਹੜੇ ਅਸੀਂ ਖਿਲਾਫ ਬੋਲ ਸਕਦੇ ਹਾਂ। ਬਟ ਇੱਥੇ ਕੀ ਹੋਇਆ ਕਿ ਰਾਈਟ ਟੂ ਸਪੀਚ ਨੂੰ ਦਬਾਉਣ ਦੇ ਲਈ ਸਾਡੀਆਂ ਸੇਨਾਵਾਂ ਦੀ ਵਰਤੋਂ ਕਰ ਰਹੀ ਹੈ ਸਰਕਾਰ, ਜਦ ਕਿ ਸਰਕਾਰਾਂ ਜਨ ਕਲਿਆਣ ਲਈ ਹੁੰਦੀਆਂ ਨੇ, ਨਾ ਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ। ਸੋ ਅਸੀਂ ਅੱਜ ਮੈਂ ਅੰਬੇਡਕਰਿਸਟ ਹੋਣ ਦੇ ਨਾਤੇ ਜਾਂ ਮੈਂ ਭਾਰਤੀ ਸੰਵਿਧਾਨ ਨੂੰ ਸਰਵਉੱਚ ਮੰਨਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਕਿ ਅਗਰ ਭਾਰਤੀ ਸੰਵਿਧਾਨ ਚਾਹੇ ਉਹ ਕਿਸੇ ਧਾਰਮਿਕ, ਚਾਹੇ ਰਾਜਨੀਤਿਕ, ਚਾਹੇ ਸਮਾਜਿਕ, ਕਿਸੇ ਵੀ ਅਗਰ ਕੋਈ ਵੀ ਸੰਸਥਾ ਕਿਸੇ ਵੀ ਤਰ੍ਹਾਂ ਦਾ ਪੀਸਫੁਲੀ ਪ੍ਰੋਟੈਸਟ ਕਰਦੀ ਆ, ਤੇ ਅਸੀਂ ਭਾਰਤੀ ਸੰਵਿਧਾਨ ਨੂੰ ਮੱਦੇਨਜ਼ਰ ਰੱਖਦੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਕਿਉਂਕਿ ਭਾਰਤੀ ਹੀ ਸੰਵਿਧਾਨ ਹੀ ਸਾਰਿਆਂ ਨੂੰ ਜਿਹੜੀ ਆ ਉਹ ਆਗਿਆ ਦਿੰਦਾ। ਸੋ ਦੈਟਸ ਵਾਈ ਅਸੀਂ ਅੱਜ ਇੱਥੇ ਖੜੇ ਆ, ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ, ਇਹਨਾਂ ਦੇ ਪ੍ਰੋਟੈਸਟ ਦੇ ਵਿੱਚ, ਪੀਸਫੁਲੀ ਪ੍ਰੋਟੈਸਟ ਵਿੱਚ ਇਹਨਾਂ ਦੇ ਨਾਲ ਖੜੇ ਆ। ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਜਾਂ ਮੇਰੇ ਨਾਲ ਦੇ ਬੜੇ ਮੇਰੇ ਸੱਜਣ ਮਿੱਤਰ ਆ ਜਿਹੜੇ ਉਹ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਬਣੇ ਹੋਏ ਨੇ, ਕਿਉਂਕਿ ਜ਼ਰੂਰੀ ਨਹੀਂ ਜ਼ਮੀਨਾਂ ਜਾਇਦਾਦਾਂ ਸਾਡੇ ਕੋਲ ਹੈਗੀਆਂ ਜਾਂ ਨਹੀਂ ਹੈਗੀਆਂ, ਬਟ ਸਾਡੇ ਕੋਲ ਜਿਹੜਾ ਭਾਰਤੀ ਸੰਵਿਧਾਨ ਦਾ ਜਿਹੜਾ ਸਾਡਾ ਅਧਿਕਾਰ ਆ, ਅਗਰ ਉਹਦਾ ਹਨਨ ਹੋਊਗਾ, ਇਹ ਵੀ ਇੱਕ ਕਿਸਮ ਨਾਲ ਭਾਰਤੀ ਸੰਵਿਧਾਨ ਦੀ ਜਿਹੜਾ ਆ ਉਹ ਇੱਕ ਤਰ੍ਹਾਂ ਉਹਨੂੰ ਤਾਰ-ਤਾਰੀ ਕੀਤਾ ਜਾ ਰਿਹਾ ਕਿ ਕਿਸੇ ਵੀ ਕਮਿਊਨਿਟੀ ਨੂੰ ਜਾਂ ਕਿਸੇ ਜਿੱਦਾਂ ਫਾਰਮਰ ਅੱਜ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾ ਰਿਹਾ, ਜਾਂ ਉਹਨਾਂ ਨੂੰ ਡਰਾਇਆ ਜਾ ਰਿਹਾ ਆਰਮੀ ਤੋਂ ਜਾਂ ਪੁਲਿਸ ਤੋਂ ਜਾਂ ਹੋਰ ਕਈ ਇਦਾਂ ਦੇ ਤਰੀਕਿਆਂ ਤੋਂ। ਤੁਸੀਂ ਇਹ ਵੀ ਜਿਹੜੇ ਭਾਰਤੀ ਸੰਵਿਧਾਨ ਦੀ ਜਿਹੜੀ ਆ ਉਹ ਬਹੁਤ ਵੱਡੀ ਉਲੰਘਣਾ, ਸੋ ਅਸੀਂ ਜਿਹੜੀ ਉਲੰਘਣਾ ਉਹ ਬਰਦਾਸ਼ਤ ਨਹੀਂ ਕਰ ਸਕਦੇ। ਦੈਟਸ ਵਾਈ ਅਸੀਂ ਅੱਜ ਇੱਥੇ ਪ੍ਰੋਟੈਸਟ ਵਿੱਚ ਖੜੇ ਹਾਂ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੀ। ਸੈਂਟਰ ਗਵਰਨਮੈਂਟ ਦਾ ਕਹਿਣਾ ਕਿ ਕਿਸਾਨ ਜਥੇਬੰਦੀਆਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ, ਇਹ ਬਿੱਲ ਇਹਨਾਂ ਦੇ ਫਾਇਦੇ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਨਹੀਂ ਬਿੱਲ ਜਿਹੜਾ ਹੈਗਾ ਕਿਸਾਨ ਦੇ ਉੱਤੇ ਹਜੇ ਮਜ਼ਦੂਰ ਵੀ ਟਿਕਿਆ ਆ। ਜੇਕਰ ਕਿਸਾਨਾਂ ਦਾ ਘਾਣ ਕਰਤਾ ਤਾਂ ਮਜ਼ਦੂਰ ਕਿੱਥੇ ਜਾਊਗਾ? ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਹੈਗੀ ਆ ਨਾ। ਜੇਕਰ ਮਜ਼ਦੂਰ ਨੇ, ਦੁਕਾਨਦਾਰਾਂ ਦਾ ਕੀ ਬਣੂਗਾ? ਕਿਉਂਕਿ ਦੁਕਾਨਦਾਰਾਂ ਨੇ ਲੈ ਕੇ ਹੋਰ ਜਿਹੜੇ ਰੋਡਾਂ ਤੇ ਲੋਕ ਇਹ ਖੇਤੀਬਾੜੀ ਨਾਲ ਨਹੀਂ ਸੰਬੰਧ, ਉਹਨਾਂ ਨੇ ਸਮਾਨ ਲੈਣਾ ਹੈਗਾ, ਜੋ ਸਮਾਨ ਉਹ ਇੰਨਾ ਮਹਿੰਗਾ ਫੂਡ ਕਿੱਥੋਂ ਕਰ ਸਕਦੇ ਆ? ਜੇ ਮੋਦੀ ਅਡਵਾਨੀ ਇਹ ਫਸਲਾਂ ਲੈ ਕੇ ਜ਼ਮੀਨ ਤੋਂ ਲੈ ਕੇ ਜਾਣਗੇ, ਕਿਸਾਨ ਤਾਂ ਬੇਕਾਰ ਹੋਇਆ, ਉਹਨਾਂ ਨਾਲ ਮਜ਼ਦੂਰ ਬੇਕਾਰ ਹੋ ਗਏ, ਦੁਕਾਨਦਾਰ ਵੀ ਬੇਕਾਰ ਹੋ ਜਾਣੇ। ਇਸ ਕਰਕੇ ਇਹ ਜਿਹੜਾ ਕਾਲਾ ਕਾਨੂੰਨ ਜਿਹੜਾ ਇਹਨਾਂ ਨੇ ਲਾਗੂ ਕਰ ਦਿੱਤਾ ਆ, ਉਸ ਨੇ ਮੋਦੀ ਸਰਕਾਰ ਨੂੰ ਵਾਪਸ ਲੈਣਾ ਹੈ। ਜੇਕਰ ਇਹਨਾਂ ਨੇ ਇਹ ਕੰਮ ਨਾ ਕੀਤਾ ਤਾਂ ਕਿਸਾਨ ਅੱਜ ਇਸ ਹਾਲਾਤ ਦੇ ਚਲੇ ਗਏ ਨੇ, ਨਾ ਉਹ ਮੌਤ ਦਾ ਡਰ ਰਿਹਾ ਉਹਨਾਂ ਨੂੰ ਰਿਹਾ ਹੈ, ਕਿਉਂਕਿ ਮੌਤ ਦਾ ਡਰ ਉਹਨੇ ਚਲਿਆ ਜਿੰਨੇ ਚਿਰ ਡਰਿਆ, ਪਰ ਮੌਤ ਦੇ ਡਰ ਤੋਂ ਬਹੁਤ ਅੱਗੇ ਨਿਕਲ ਚੁੱਕੇ ਆ। ਇਸ ਕਰਕੇ ਅਸੀਂ ਵਾਲਮੀਕੀ ਸਮਾਜ ਦੇ ਹੋਣ ਦੇ ਨਾਤੇ ਅਸੀਂ ਇਹ ਵਾਲਮੀਕੀ ਸਮਾਜ ਦੇ ਲੀਡਰਾਂ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਵੀ ਕਿਸਾਨਾਂ ਦੇ ਨਾਲ ਆ ਕੇ ਰੋਡ ਤੇ ਆ ਜਾਣਾ ਚਾਹੀਦਾ ਹੈ। ਹਰ ਦਲਿਤ ਭਾਈਚਾਰੇ ਨੂੰ ਅੱਜ ਜਿਹੜਾ ਹਿੰਦੁਸਤਾਨ ਜਿਹੜਾ ਅੱਜ ਇੱਥੇ ਮੈਂ ਜਲੰਧਰ ਦੇ ਵਿੱਚ ਦੇਖ ਰਿਹਾ, ਅੱਜ ਹਰ ਹਿੰਦੁਸਤਾਨੀ ਜਿਹੜਾ ਹੈਗਾ ਇੱਥੇ ਜਲੰਧਰ ਦੇ ਵਿੱਚ ਆਇਆ, ਚਾਹੇ ਬਿਹਾਰ ਤੋਂ ਆ ਕੇ ਰਹਿ ਰਿਹਾ, ਚਾਹੇ ਜਲੰਧਰ ਤੋਂ ਆ ਕੇ ਰਹਿ ਰਿਹਾ, ਚਾਹੇ ਪਟਿਆਲੇ ਤੋਂ ਆ ਗਿਆ, ਚਾਹੇ ਜਿੱਥੇ ਮਰਜੀ ਉਹ ਆ ਕੇ ਇੱਥੇ ਰਹਿ ਰਿਹਾ। ਅੱਜ ਇੱਥੇ ਪ੍ਰੋਟੈਕਸ਼ਨ ਜਿਹੜਾ ਕਿਸਾਨਾਂ ਦੇ ਨਾਲ ਆ। ਅਸੀਂ ਆਪਣੀ ਹਰ ਸੰਸਥਾ ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਵੱਲੋਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ, ਪਰ ਅਸੀਂ ਦਿੱਲੀ ਵੀ ਜਾਵਾਂਗੇ। ਜੇਕਰ ਕਿਸਾਨਾਂ ਨੂੰ ਜੇ ਉੱਥੇ ਕੁਛ ਅਭੀ ਨਬੀ ਹੁੰਦੀ ਤਾਂ ਉਹਦਾ ਜ਼ਿੰਮੇਦਾਰ ਮੋਦੀ ਹੋਗਾ, ਕਿਉਂਕਿ ਅਸੀਂ ਵੀ ਉੱਥੇ ਜਾਵਾਂਗੇ ਤਾਂ ਉੱਥੇ ਕੁਛ ਵੀ ਹੋ ਸਕਦਾ। ਇਸ ਟਾਈਮ ਮੌਤ ਦਾ ਜਿਹੜਾ ਡਰ ਮੋਦੀ ਦਿਖਾ ਰਿਹਾ ਜਾਂ ਫੌਜ ਦਾ ਡਰ ਦਿਖਾ ਰਿਹਾ, ਇਹ ਉਹਦੇ ਤੇ ਲਿਮਿਟ ਆ। ਸਾਨੂੰ ਕੋਈ ਡਰ ਨਹੀਂ ਹੈਗਾ ਕਿਸੇ ਦੇ ਡਰਨ ਦਾ। ਅਸੀਂ ਹਰ ਤਰ੍ਹਾਂ ਮੌਤ ਦੇ ਨਾਲ ਵੀ ਲੜਾਂਗੇ ਤੇ ਅਸੀਂ ਮੋਦੀ ਦੇ ਸਰਕਾਰ ਦੇ ਨਾਲ ਵੀ ਲੜਾਂਗੇ। ਇਹਨਾਂ ਇਹ ਕਹਿੰਦਾ ਜੈ ਕਿਸਾਨ ਜੈ ਜਵਾਨ। ਵੀ ਜਿਹੜਾ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਖੜਾ ਹੈ ਜਲੰਧਰ ਸ਼ਹਿਰ ਦੇ ਵਿੱਚ। ਇਹ ਸੀ ਜੀ ਪੰਜਾਬੀ ਬੁਲਟਨ ਦੀ ਪੇਸ਼ਕਸ਼। ਧੰਨਵਾਦ।